ਹਸਤ ਖੇਲਤ ਤੇਰੇ ਦਿਉਰੇ ਆਇਆ। ਅਗਲਾ ਵਿਅੰਗ। ਗੁਰੂ ਘਰ ਤੇ ਸ਼ਰਧਾ ਰੱਖਣ ਵਾਲਾ ਸਾਧੂ ਸਿੰਘ, ਕਾਲਪਿਕ ਨਾਮ ਹੈ ਇਹ, ਨੇ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਸਹਿਜ ਪਾਠ ਕਰਵਾਉਣਾ ਚਾਹਿਆ। ਸਾਰੇ ਜੀਆਂ ਦੀ ਸਹਿਮਤੀ ਨਾਲ ਦਿਨ ਨਿਸ਼ਚਿਤ ਕਰ ਲਿਆ ਗਿਆ। ਗੁਰਦੁਆਰੇ ਜਾ ਕੇ ਭਾਈ ਜੀ ਨੂੰ ਤਰੀਕ ਲਿਖਵਾ ਦਿੱਤੀ। ਮਿੱਥੀ ਤਰੀਕ 'ਤੇ ਸਾਰਾ ਪਰਿਵਾਰ ਚਾਈਂ ਚਾਈਂ ਗੁਰਦੁਆਰੇ ਆ ਗਿਆ। ਦੇਗਾਂ ਤਿਆਰ ਹੋਈਆਂ, ਅਰਦਾਸੇ ਸੋਧੇ ਗਏ, ਹੁਕਮਨਾਮਾ ਲਿਆ ਗਿਆ। ਠੀਕ ਸਮੇਂ 'ਤੇ ਗ੍ਰੰਥੀ ਸਿੰਘ ਨੇ ਪਾਠ ਆਰੰਭ ਕਰ ਦਿੱਤਾ। ਪਰਿਵਾਰ ਵਾਲੇ ਅਤੇ ਨਾਲ ਆਏ ਹੋਰ ਦੋਸਤ ਮਿੱਤਰ ਬੈਠੇ ਕੁਝ ਸਮਾਂ ਸੁਣਦੇ ਰਹੇ। ਜਪਜੀ ਸਾਹਿਬ ਪੜ੍ਹ ਕੇ ਭਾਈ ਜੀ ਨੇ ਫਤਿਹ ਬੁਲਾ ਦਿੱਤੀ। ਭਾਈ ਜੀ ਹਜ਼ੂਰੀ ਵਿੱਚੋਂ ਉੱਠ ਕੇ ਆ ਗਿਆ ਤੇ ਸਾਰਿਆਂ ਨੂੰ ਦੇਗ ਵਰਤਾ ਦਿੱਤੀ। ਦੇਗ ਛਕ ਕੇ ਸਾਰੇ ਆਪੋ ਆਪਣੇ ਘਰਾਂ ਜਾਂ ਕੰਮਾਂ 'ਤੇ ਜਾਣ ਲਈ ਉੱਠ ਖਲੋਤੇ। ਦਰਬਾਰ ਵਿੱਚੋਂ ਬਾਹਰ ਜਾ ਕੇ ਘਰ ਦਾ ਮੁਖੀ ਸਾਧੂ ਸਿੰਘ ਤੇ ਉਸ ਦੀ ਪਤਨੀ ਫਿਰ ਵਾਪਸ ਮੁੜ ਕੇ ਆ ਗਏ। ਭਾਈ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਨ ਲੱਗੇ, ਗਿਆਨੀ ਜੀ, ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਕੰਮਾਂ ਕਾਰਾਂ ਵਾਲੇ ਲੋਕ ਹਾਂ। ਸਾਰਾ ਸਮਾਂ ਇੱਥੇ ਬਹਿ ਕੇ ਪਾਠ ਨਹੀਂ ਸੁਣ ਸਕਦੇ। ਇਸ ਲਈ ਤੁਹਾਨੂੰ ਦੁਬਾਰਾ ਅਰਜ਼ ਕਰਨ ਆਏ ਹਾਂ ਕਿ ਪਾਠ ਧਿਆਨ ਨਾਲ ਲਗ ਮਾਤਰ ਦੀ ਸ਼ੁੱਧਤਾ ਦਾ ਖਿਆਲ ਰੱਖ ਕੇ ਕੀਤਾ ਜਾਵੇ। ਭਾਈ ਜੀ ਬੋਲਿਆ, ਦੇਖੋ ਵੀਰ ਜੀ, ਜੇ ਮੈਂ ਆਪਣੀ ਸਮਝ ਮੁਤਾਬਕ ਤਾਂ ਪਾਠ ਸ਼ੁੱਧ ਕਰਨ ਦਾ ਯਤਨ ਕਰਾਂਗਾ ਹੀ, ਪਰ ਤੁਹਾਨੂੰ ਇਹ ਫੁਰਨਾ ਕਿਵੇਂ ਫੁਰਿਆ ਕਿ ਬਾਹਰ ਜਾ ਕੇ ਦੁਬਾਰਾ ਇਹੀ ਗੱਲ ਮੈਨੂੰ ਕਹਿਣ ਵਾਸਤੇ ਤੁਸੀਂ ਆ ਗਏ? ਸਾਧੂ ਸਿੰਘ ਬੋਲਿਆ, ਜੀ ਦਰਅਸਲ ਗੱਲ ਇਹ ਹੈ ਕਿ ਬਹੁਤ ਸਾਰੇ ਪਾਠੀਆਂ ਬਾਰੇ ਸੁਣਿਆ ਹੈ ਕਿ ਪਾਠ ਸ਼ੁੱਧ ਨਹੀਂ ਕਰਦੇ, ਸਗੋਂ ਇਸ ਤੋਂ ਵੀ ਭੈੜਾ ਸੁਣਿਆ ਹੈ ਕਿ ਪਾਠ ਕਰਦੇ ਹੀ ਨਹੀਂ, ਐਵੇਂ ਪੱਤਰੇ ਪਲਟਦੇ ਰਹਿੰਦੇ ਨੇ। ਭਾਈ ਜੀ ਬੋਲਿਆ, ਮੈਂ ਪਾਠ ਚੰਗੀ ਤਰ੍ਹਾਂ ਸ਼ੁੱਧ ਕਰਨ ਦੀ ਕੋਸ਼ਿਸ਼ ਕਰਾਂਗਾ, ਪਰ ਜੇ ਅਸ਼ੁੱਧ ਹੋ ਵੀ ਗਿਆ ਫਿਰ ਕੀ ਹੋ ਜਾਵੇਗਾ? ਸਾਧੂ ਸਿੰਘ ਬੋਲਿਆ, ਗਿਆਨੀ ਜੀ, ਫਿਰ ਤੁਹਾਨੂੰ ਪਾਪ ਲੱਗੇਗਾ। ਭਾਈ ਜੀ ਬੋਲਿਆ, ਜੇ ਸ਼ੁੱਧ ਪਾਠ ਕਰਾਂ ਤਾਂ ਫਿਰ ਪੁੰਨ ਕਿਹਨੂੰ ਲੱਗੇਗਾ ਭਲਾ? ਸਾਧੂ ਸਿੰਘ ਭੋਲੇ ਭਾਅ ਕਹਿਣ ਲੱਗਿਆ, ਪੁੰਨ ਸਾਨੂੰ ਲੱਗੇਗਾ। ਭਾਈ ਜੀ, ਵਾਹ ਵੀਰ ਮੇਰਿਆ ਵਾਹ, ਗਲਤ ਪਾਠ ਕਰਨ ਦਾ ਪਾਪ ਤਾਂ ਪਾਠੀ ਨੂੰ ਲੱਗੇਗਾ, ਠੀਕ ਪਾਠ ਕਰਨ ਦਾ ਪੁੰਨ ਪਰਿਵਾਰ ਨੂੰ ਲੱਗੇਗਾ। ਇਹ ਕਿਹੋ ਜਿਹਾ ਇਨਸਾਫ ਹੈ ਤੁਹਾਡਾ? ਜਿੰਨਾ ਮੈਂ ਪਾਠ ਕਰਾਂ, ਸਮਝਾਂ, ਸੇਵਾ ਕਰਾਂ, ਉਸ ਦਾ ਪੁੰਨ ਫਲ ਤੁਹਾਨੂੰ ਲੱਗੇਗਾ, ਗਲਤੀ ਦਾ ਫਲ ਮੈਨੂੰ। ਇੰਨਾ ਅਜੀਬ ਹੈ ਤੁਹਾਡਾ ਹਿਸਾਬ ਕਿਤਾਬ। ਤੁਸੀਂ ਜਿਨ੍ਹਾਂ ਨੇ ਪਾਠ ਨਾ ਕੋਲ ਬੈਠ ਕੇ ਸੁਣਿਆ, ਨਾ ਬਾਣੀ ਨੂੰ ਸਮਝਿਆ, ਰਸਮ ਪੂਰਤੀ ਵਾਂਗ ਪਾਠ ਸ਼ੁਰੂ ਕਰਵਾ ਕੇ ਚੱਲਦੇ ਬਣੇ, ਪੁੰਨ ਵੀ ਤੁਹਾਨੂੰ। ਮੈਂ ਸਾਰਾ ਦਿਨ ਗੁਰਦੁਆਰੇ ਬੈਠ ਕੇ ਪਾਠ ਕਰਾਂ ਤੇ ਮੈਨੂੰ ਪਾਪ ਲੱਗਦਾ ਹੈ। ਵਾਹ ਵੀਰ ਮੇਰਿਓ ਵਾਹ। ਵੀਰ ਮੇਰੇ, ਦਰਅਸਲ ਗੱਲ ਇਹ ਹੈ ਕਿ ਪਾਪ ਪੁੰਨ ਬ੍ਰਾਹਮਣਵਾਦ ਨੇ ਸਾਡੇ ਦਿਮਾਗ ਵਿੱਚ ਭਰ ਦਿੱਤੇ ਹਨ। ਨਾ ਕੋਈ ਪਾਪ ਹੈ ਨਾ ਪੁੰਨ ਹੈ। ਅਸਲ ਵਿੱਚ ਗੁਰਬਾਣੀ ਪੜ੍ਹ ਕੇ ਜਾਂ ਸੁਣ ਕੇ ਇਸ ਦੇ ਉਪਦੇਸ਼ ਮੁਤਾਬਕ ਆਪਣੀ ਜ਼ਿੰਦਗੀ ਢਾਲਣੀ ਚਾਹੀਦੀ ਸੀ। ਹੁਣ ਤੁਸੀਂ ਪਾਠ ਸ਼ੁਰੂ ਕਰਵਾ ਦਿੱਤਾ, ਜਾ ਲੱਗੇ ਆਪਣੇ ਕੰਮਾਂ 'ਤੇ। ਹਫ਼ਤੇ ਪਿੱਛੋਂ ਆ ਕੇ ਭੋਗ ਪਵਾ ਲਓਗੇ, ਲੰਗਰ ਪੀ ਲਾਓਗੇ। ਇੰਨਾ ਖਰਚਾ ਕਰਕੇ ਪ੍ਰਾਪਤੀ ਕੀ ਹੋਈ? ਸਿਫਰ, ਜ਼ੀਰੋ। ਕਿੰਨਾ ਚੰਗਾ ਹੁੰਦਾ ਅਗਰ ਤੁਸੀਂ ਪਾਪਾ ਪੁੰਨਾਂ ਦੇ ਚੱਕਰ ਵਿੱਚੋਂ ਨਿਕਲ ਕੇ ਆਪਣੇ ਘਰ ਵਿੱਚ ਹੀ ਗੁਰਬਾਣੀ ਦੀਆਂ ਅਰਥਾਂ ਵਾਲੀਆਂ ਪੋਥੀਆਂ ਲਿਆ ਕੇ ਸਮਝ ਕੇ ਖੁਦ ਪਾਠ ਕਰਦੇ। ਇੰਜ ਤਾਂ ਸਾਨੂੰ 2 ਪੈਸੇ ਬਣ ਗਏ, ਤੁਹਾਨੂੰ ਪਾਠ ਦੇ ਪੁੰਨ ਦੀ ਤਸੱਲੀ ਮਿਲ ਗਈ, ਹੋਰ ਤਾਂ ਕੁਝ ਵੀ ਨਹੀਂ ਹੈ। ਗੁਰਬਾਣੀ ਵਿੱਚ ਕੀ ਉਪਦੇਸ਼ ਹਨ ਇਹ ਤਾਂ ਤੁਹਾਨੂੰ ਪਤਾ ਹੀ ਨਹੀਂ ਲੱਗਿਆ। ਇਸੇ ਕਰਕੇ ਤੁਸੀਂ ਇਸ ਤਰ੍ਹਾਂ ਦੇ ਸਵਾਲ ਕਰਦੇ ਹੋ। ਅੱਗੇ ਵਾਸਤੇ ਪਰਿਵਾਰ ਨੇ ਇਸੇ ਤਰ੍ਹਾਂ ਕਰਨ ਦਾ ਭਰੋਸਾ ਦਿੱਤਾ ਤੇ ਨਿੰਮੋ ਝੂਣੇ ਜਿਹੇ ਹੋ ਕੇ ਘਰ ਵੱਲ ਰਵਾਨਾ ਹੋ ਗਏ। ਪਾਠੀ ਇਕੱਲਾ ਬੈਠਾ ਪਾਠ ਕਰਦਾ ਰਿਹਾ। ਹੁਣ ਇਹ ਉਹਦੀ ਮਰਜ਼ੀ ਹੈ, ਪਾਠ ਕਰੇ ਕਿ ਵਰਕੇ ਪਲਟ ਦੇਵੇ, ਐਵੇਂ ਕਹਿ ਦੇਵੇ ਕਿ ਪਾਠ ਅਸੀਂ ਕਰ ਦਿੱਤਾ ਹੈ ਤੇ ਹੁਣ ਪੁੰਨ ਤੁਹਾਨੂੰ ਮਿਲ ਜਾਵੇਗਾ। ਇੱਥੇ ਤਾਂ ਆਪਣੇ ਦੇਸ਼ ਦੇ ਵਿੱਚ, ਆਪਣੇ ਸਿੱਖਾਂ ਦੇ ਵਿੱਚ ਹਾਲਤ ਇਹ ਹੈ, ਅਮਰੀਕਾ ਤੋਂ, ਕੈਨੇਡਾ ਤੋਂ ਸ਼੍ਰੋਮਣੀ ਕਮੇਟੀ ਕੋਲੇ ਲੋਕੀ ਪੈਸੇ ਭੇਜ ਦਿੰਦੇ ਨੇ ਤੇ ਇਹ ਇੱਥੇ ਉਹਨਾਂ ਦੇ ਨਾਮ 'ਤੇ ਪਾਠ, ਅਖੰਡ ਪਾਠ ਕਰਦੇ ਨੇ। ਅਖੰਡ ਪਾਠ ਦਾ ਫਲ ਈਮੇਲ ਰਾਹੀਂ, ਵਟਸਐਪ ਰਾਹੀਂ ਜਾਂ ਚਿੱਠੀ ਰਾਹੀਂ ਉਹਨਾਂ ਨੂੰ ਭੇਜ ਦਿੰਦੇ ਨੇ ਤੇ ਉਹ ਹੁਕਮਨਾਮਾ ਜਿਹੜਾ ਆਉਂਦਾ ਉਹ ਵੀ ਭੇਜਦੇ ਨੇ ਤੇ ਚੰਗੀ ਮੋਟੀ ਮਾਇਆ ਬਾਹਰਲੇ ਲੋਕ ਇਸੇ ਤਰ੍ਹਾਂ ਹੀ ਭੇਜਦੇ ਨੇ ਤੇ ਪਾਠ ਦਾ ਫਲ ਖਰੀਦ ਕੇ ਆਪਣੇ ਨਾਮ ਕਰਵਾ ਲੈਂਦੇ ਨੇ। ਤੁਹਾਡਾ ਕੀ ਵਿਚਾਰ ਹੈ? ਇਸ ਤਰ੍ਹਾਂ ਹੋ ਰਿਹਾ ਨਹੀਂ ਆਲੇ ਦੁਆਲੇ? ਆਖੋ ਸਤਨਾਮ। ਅਗਲਾ ਵਿਅੰਗ। ਪੰਜਾਬ ਦਾ
ਇੱਕ ਹੋਣਹਾਰ ਵਿਦਿਆਰਥੀ ਸਰਦਾਰ ਮਹਿੰਦਰ ਸਿੰਘ ਰੰਧਾਵਾ ਭਾਰਤ ਸਰਕਾਰ ਵੱਲੋਂ ਪ੍ਰਵਾਨਿਤ ਕੀਤੇ ਸਭ ਤੋਂ ਵੱਡੇ ਇਮਤਿਹਾਨ ICS ਦਾ ਪੇਪਰ ਦੇਣ ਵਾਸਤੇ ਦਿੱਲੀ ਚਲਾ ਗਿਆ। ਸੰਨ 1947 ਤੋਂ ਪਹਿਲਾਂ ਅਜਿਹੇ ਇਮਤਿਹਾਨਾਂ ਦੀ ਤਿਆਰੀ ਕਰਾਉਣ ਵਾਸਤੇ ਆਮ ਸ਼ਹਿਰਾਂ ਵਿੱਚ ਕੋਈ ਪ੍ਰਬੰਧ ਨਹੀਂ ਸੀ। ਮਹਿੰਦਰ ਸਿੰਘ ਨੇ ਆਪਣੇ ਇੱਕ ਹੋਰ ਸਾਥੀ ਨਾਲ ਸਾਂਝ ਪਾ ਕੇ ਕਮਰਾ ਕਿਰਾਏ 'ਤੇ ਲੈਣ ਵਾਸਤੇ ਮਾਲਕ ਮਕਾਨ ਕੋਲ ਆਪਣੀ ਲੋੜ ਦੱਸੀ, ਬੇਨਤੀ ਕੀਤੀ। ਮਾਲਕ ਮਕਾਨ ਨੇ ਵਿਦਿਆਰਥੀ ਜਾਣ ਕੇ ਇੱਕ ਕਮਰੇ ਦਾ ਕਿਰਾਇਆ ਆਮ ਨਾਲੋਂ ਵਾਧੂ ਮੰਗਿਆ। ਜਦੋਂ ਇਹਨਾਂ ਨੇ ਦੱਸਿਆ ਕਿ ਅਸੀਂ ਪੰਜਾਬ ਤੋਂ ਆਏ ਹਾਂ ਤਾਂ ਮਾਲਕ ਮਕਾਨ ਹੋਰ ਵੀ ਨਖਰੇ ਵਿਖਾਉਣ ਲੱਗਿਆ। ਸਿਖਲਾਈ ਸੈਂਟਰ ਦੇ ਨੇੜੇ ਹੋਣ ਕਰਕੇ ਇਹਨਾਂ ਦੋਵਾਂ ਨੌਜਵਾਨਾਂ ਨੇ ਵੱਧ ਕਿਰਾਏ 'ਤੇ ਵੀ ਮਕਾਨ ਲੈ ਲਿਆ, ਕਿਉਂਕਿ ਸਰਦਾ ਨਹੀਂ ਸੀ। ਪਹਿਲਾਂ ਕਈ ਮਹੀਨੇ ਕੋਚਿੰਗ ਲਈ, ਫਿਰ ਇਮਤਿਹਾਨ ਦਿੱਤਾ। ਮਕਾਨ ਦਾ ਕਿਰਾਇਆ ਦੇ ਕੇ ਉਸ ਦਾ ਪੂਰਾ ਸਰਨਾਮਾ ਲਿਖ ਕੇ ਆਪਣੇ ਕੋਲ ਰੱਖ ਲਿਆ। ਦਿੱਤੇ ਗਏ ਕਿਰਾਏ ਦੀ ਰਸੀਦ ਨਾਲੋਂ ਨਾਲ ਇਹ ਪ੍ਰਾਪਤ ਕਰਦੇ ਰਹੇ। ਸੁਖ ਸ਼ਾਂਤੀ ਵਾਪਸ ਆਪਣੇ ਘਰਾਂ ਨੂੰ ਆ ਗਏ। ਕਾਫੀ ਦੇਰ ਮਗਰੋਂ ਇਸ ਇਮਤਿਹਾਨ ਦਾ ਨਤੀਜਾ ਆਇਆ ਤਾਂ ਸਰਦਾਰ ਮਹਿੰਦਰ ਸਿੰਘ ਨੂੰ ਪਾਸ ਹੋ ਜਾਣ ਦਾ ਖਤ ਆ ਗਿਆ। ਮਗਰੋਂ ਕੁਝ ਹੀ ਸਮੇਂ ਦੇ ਵਕਫੇ ਬਾਅਦ ਇਹਨਾਂ ਨੂੰ ਡਿਪਟੀ ਕਮਿਸ਼ਨਰ ਦਿੱਲੀ ਵਿਖੇ ਹੀ ਲਾ ਦਿੱਤਾ ਗਿਆ। ਸਰਕਾਰੀ ਨਿਯਮਾਂ ਮੁਤਾਬਕ ਇਹਨਾਂ ਨੇ ਪਹਿਲਾਂ 6 ਮਹੀਨੇ ਲੋੜੀਂਦੀ ਸਿਖਲਾਈ ਲਈ, ਮਗਰੋਂ ਆਪਣਾ ਮਾਣਯੋਗ ਅਹੁਦਾ DC ਵਾਲਾ ਸੰਭਾਲ ਲਿਆ। ਸਾਰੇ ਪ੍ਰਬੰਧਾਂ 'ਤੇ ਨਜ਼ਰਸ਼ਾਨੀ ਕਰਕੇ ਸੰਬੰਧਿਤ ਅਫਸਰਾਂ ਨਾਲ ਮੀਟਿੰਗ ਕਰਕੇ ਆਪਣੀ ਪਕੜ ਮਜ਼ਬੂਤ ਕਰ ਲਈ। ਫਿਰ ਇੱਕ ਦਿਨ ਪੁਲਿਸ ਕਪਤਾਨ ਨੂੰ ਸੱਦ ਕੇ ਇੱਕ ਕਾਗਜ਼ 'ਤੇ ਲਿਖਿਆ ਹੋਇਆ ਸਰਨਾਮਾ ਉਸ ਨੂੰ ਪੁਲਿਸ ਕਪਤਾਨ ਨੂੰ ਲਿਖ ਕੇ ਦੇ ਦਿੱਤਾ ਕਿ ਇਸ ਬੰਦੇ ਨੂੰ ਗ੍ਰਿਫਤਾਰ ਤਾਂ ਨਹੀਂ ਕਰਨਾ, ਪੁਲਿਸ ਭੇਜ ਕੇ ਮੇਰੇ ਕੋਲ ਲੈ ਕੇ ਆਉਣਾ ਹੈ। ਹੁਕਮ ਦੀ ਤਾਮੀਲ ਕੀਤੀ ਗਈ। ਉਸੇ ਦਿਨ ਇੱਕ ਪੁਲਿਸ ਇੰਸਪੈਕਟਰ ਤੇ 4-5 ਸਿਪਾਹੀ ਸੰਬੰਧਿਤ ਬੰਦੇ ਦੇ ਘਰ ਪਹੁੰਚ ਗਏ। ਉਹ ਤਾਂ ਪੁਲਿਸ ਵਾਲਿਆਂ ਨੂੰ ਵੇਖਦੇ ਹੀ ਪਸੀਨੋ ਪਸੀਨਾ ਹੋ ਗਿਆ। ਬਿਨਾਂ ਦੇਰੀ ਤੋਂ ਪੁਲਿਸ ਪਾਰਟੀ ਨੇ ਆਪਣੇ ਨਾਲ ਟੋਰ ਲਿਆ, ਜਾ ਪਹੁੰਚਾਇਆ ਡਿਪਟੀ ਕਮਿਸ਼ਨਰ ਦੇ ਦਫ਼ਤਰ। DC ਨੇ ਇਸ ਨੂੰ ਬੈਠਣ ਦਾ ਇਸ਼ਾਰਾ ਕੀਤਾ, ਨਾਲ ਹੀ ਪੁੱਛਿਆ ਕਿ ਮੈਨੂੰ ਪਛਾਣਦੇ ਹੋ ਕਿ ਨਹੀਂ ਪਛਾਣਦੇ। ਮਕਾਨ ਮਾਲਕ ਬੋਲਿਆ, ਇਉਂ ਤਾਂ ਯਾਦ ਹੈ ਕਿ ਤੁਸੀਂ ਪਹਿਲਾਂ ਵੇਖੇ ਹੋਏ ਹੋ, ਪਰ ਨਾਮ ਯਾਦ ਨਹੀਂ ਰਿਹਾ। DC ਸਾਹਿਬ ਬੋਲੇ, ਮੇਰਾ ਨਾਮ ਮਹਿੰਦਰ ਸਿੰਘ ਹੈ, ਮੈਂ ਤੁਹਾਡੇ ਘਰ ਕਿਰਾਏ 'ਤੇ ਰਿਹਾ ਸੀ। ਮਕਾਨ ਮਾਲਕ ਆਖਣ ਲੱਗਿਆ, ਜੀ ਹਾਂ ਜੀ ਹਾਂ, ਯਾਦ ਆਇਆ, ਤੁਸੀਂ ਦੋ ਨੌਜਵਾਨ ਰਹਿੰਦੇ ਸੀ। DC, ਪਰ ਤੁਹਾਨੂੰ ਪਤਾ ਹੈ ਇੱਥੇ ਕਿਉਂ ਲਿਆਂਦਾ ਹੈ? ਮਕਾਨ ਮਾਲਕ, ਜੀ ਨਹੀਂ, ਮੈਨੂੰ ਕੋਈ ਪਤਾ ਨਹੀਂ ਹੈ। DC ਬੋਲਿਆ, ਧਿਆਨ ਨਾਲ ਸੁਣ ਲਵੋ, ਜੇ ਮੈਂ ਚਾਹਾਂ ਤੁਹਾਨੂੰ ਇਸੇ ਵਕਤ ਗ੍ਰਿਫਤਾਰ ਕਰਵਾ ਸਕਦਾ ਹਾਂ, ਜੇਲ੍ਹ ਵਿੱਚ ਭਜਵਾ ਸਕਦਾ ਹਾਂ, ਪਰ ਮੈਂ ਅਜਿਹਾ ਕਰਾਂਗਾ ਨਹੀਂ। ਤੁਸੀਂ ਲੋਕ ਮਜਬੂਰ ਵਿਦਿਆਰਥੀਆਂ ਤੋਂ ਮਕਾਨਾਂ ਦਾ ਕਿਰਾਇਆ ਬੇਰਹਿਮੀ ਨਾਲ ਵਾਧੂ ਵਸੂਲ ਕਰਦੇ ਹੋ। ਇਨਕਮ ਟੈਕਸ ਵਿੱਚ ਇਹ ਸਭ ਦਰਜ ਨਹੀਂ ਕਰਦੇ। ਇੱਕ ਤਾਂ ਵਿਦਿਆਰਥੀਆਂ ਦਾ ਖੂਨ ਪੀਂਦੇ ਹੋ, ਦੂਜੇ ਸਰਕਾਰ ਦੀ ਚੋਰੀ ਕਰਦੇ ਹੋ। ਜੋ ਕਿਰਾਇਆ ਤੁਸੀਂ ਸਾਡੇ ਕੋਲੋਂ ਵਸੂਲ ਕਰਦੇ ਰਹੇ ਹੋ, ਆਹ ਵੇਖੋ ਲਓ ਉਸ ਸਮੇਂ ਦੀਆਂ ਰਸੀਦਾਂ। ਤੁਸੀਂ ਟੈਕਸ ਚੋਰੀ ਵਿੱਚ ਵੀ ਫਸ ਸਕਦੇ ਹੋ। ਦੱਸੋ ਤੁਹਾਡਾ ਕੀ ਵਿਚਾਰ ਹੈ? ਮਕਾਨ ਮਾਲਕ, ਸਰਦਾਰ ਜੀ, ਗਲਤੀ ਹੋ ਗਈ, ਮਾਫ ਕਰ ਦਿਓ। ਅੱਗੇ ਤੋਂ ਵਾਅਦਾ ਕਰਦਾ ਹਾਂ ਮੁੜ ਕੇ ਅਜਿਹਾ ਮਾੜਾ ਕੰਮ ਨਹੀਂ ਕਰਾਂਗਾ। DC ਮਹਿੰਦਰ ਸਿੰਘ ਬੋਲਿਆ, ਇਉਂ ਮਾਫੀ ਨਹੀਂ ਮਿਲਣੀ। ਇੱਕ ਤਾਂ ਪਿਛਲੇ ਸਮੇਂ ਦਾ ਟੈਕਸ ਅਦਾ ਕਰਨਾ ਪਵੇਗਾ, ਦੂਜਾ ਸਾਡੇ ਕੋਲੋਂ ਵਸੂਲੇ ਗਏ ਕਿਰਾਏ ਦੇ ਵਾਧੂ ਪੈਸੇ ਵਾਪਸ ਕਰਨੇ ਪੈਣਗੇ, ਤੀਜਾ ਅੱਗੇ ਤੋਂ ਕਿਸੇ ਕਿਰਾਏਦਾਰ ਨਾਲ ਅਗਰ ਵਧੀਕੀ ਕੀਤੀ ਤਾਂ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣਾ ਪਵੇਗਾ। ਮਨਜ਼ੂਰ ਹੈ? ਮਕਾਨ ਮਾਲਕ ਬੋਲਿਆ, ਜੀ ਹਾਂ ਜ਼ਰੂਰ, ਪੂਰੀ ਤਰ੍ਹਾਂ ਮਨਜ਼ੂਰ ਹੈ। ਤੁਹਾਡਾ ਆਖਿਆ ਸਭ ਕੁਝ ਮਨਜ਼ੂਰ ਹੈ। ਪਹਿਲਾਂ ਤਾਂ ਸਰਦਾਰ ਮਹਿੰਦਰ ਸਿੰਘ ਨੇ ਕਿਰਾਏ ਵਾਲੇ ਪੈਸੇ ਵਾਪਸ ਕਰਨ ਦੀ ਤਰੀਕ ਨਿਸ਼ਚਿਤ ਕੀਤੀ। ਫਿਰ ਇਨਕਮ ਟੈਕਸ ਵਾਲਿਆਂ ਨੂੰ ਬੁਲਾ ਕੇ ਟੈਕਸ ਵਸੂਲ ਕਰਨ ਦੀ ਹਦਾਇਤ ਦਿੱਤੀ। ਨਾਲ ਹੀ ਕਿਰਾਏਦਾਰ ਵੱਲੋਂ ਲਏ ਜਾਣ ਵਾਲੇ ਕਿਰਾਏ ਅਤੇ ਰੇਟ ਫਿਕਸ ਕਰਨ ਦਾ ਹੁਕਮ ਦਿੱਤਾ। ਇਹ ਉਹੀ ਮਾਣਯੋਗ ਮਹਿੰਦਰ ਸਿੰਘ ਰੰਧਾਵਾ ਜੀ ਸਨ ਜੋ ਖੇਤੀ ਯੂਨੀਵਰਸਿਟੀ ਲੁਧਿਆਣਾ ਨੂੰ ਸਨਮਾਨਯੋਗ ਅਸਥਾਨ ਦਿਵਾਉਣ ਵਿੱਚ ਸਦਾ ਸਰਗਰਮ ਰਹੇ। ਇਸੇ ਯੂਨੀਵਰਸਿਟੀ ਦੇ ਉਹ ਲੰਮੇ ਸਮੇਂ ਤੱਕ ਵਾਈਸ ਚਾਂਸਲਰ ਰਹੇ। ਫਿਰ ਉਹਨਾਂ ਨੂੰ ਚੰਡੀਗੜ੍ਹ ਦੀ ਨਵ ਉਸਾਰੀ ਵਾਸਤੇ ਉੱਥੋਂ ਦਾ ਮੁੱਖ ਪ੍ਰਬੰਧਕ ਲਾਇਆ ਗਿਆ। ਚੰਡੀਗੜ੍ਹ ਦਾ ਜੋ ਸੁੰਦਰ ਰੂਪ, ਇਸ ਦਾ ਨਕਸ਼ਾ ਬਣਾਉਣ ਵਾਲੇ ਗੋਰੇ ਨੂੰ
ਮਹਾਨ ਦਰਸਾਉਂਦਾ ਹੈ। ਨਾਲ ਹੀ ਚੰਡੀਗੜ੍ਹ ਦੀ ਉਸਾਰੀ ਨੂੰ ਸੁੰਦਰ ਰੂਪ ਦੇਣ ਵਾਲੇ ਸਰਦਾਰ ਮਹਿੰਦਰ ਸਿੰਘ ਰੰਧਾਵਾ ਨੂੰ ਵੀ ਸਦਾ ਯਾਦ ਰੱਖਿਆ ਜਾਵੇਗਾ। ਸਰਦਾਰ ਮਹਿੰਦਰ ਸਿੰਘ ਰੰਧਾਵਾ ਸਿੱਖਾਂ ਦੇ ਹੱਕ ਵਿੱਚ ਵੀ ਸਦਾ ਆਵਾਜ਼ ਬੁਲੰਦ ਕਰਦੇ ਰਹੇ। ਜਿੱਥੇ ਉਹ ਸਰਕਾਰੀ ਕੰਮ ਬੜੀ ਦਿਆਨਤਦਾਰੀ ਨਾਲ ਕਰਦੇ ਸਨ, ਉੱਥੇ ਨਾਲ ਬਹੁਤ ਅੱਛੇ ਰਾਈਟਰ ਵੀ ਸਨ, ਲਿਖਾਰੀ ਵੀ ਸਨ। ਅਤੇ ਉਹਨਾਂ ਨੇ ਰੌਕ ਗਾਰਡਨ ਜਿਹੜਾ ਚੰਡੀਗੜ੍ਹ ਬਣਿਆ ਹੋਇਆ, ਇਹਦੇ ਵਿੱਚ ਵੀ ਉਹਨੇ ਬਣਾਉਣ ਦੇ ਵਿੱਚ ਨੇਕ ਚੰਦ ਨੇ ਜਿਹਨੇ ਬਣਾਇਆ, ਉਹਦੀ ਬਹੁਤ ਸਹਾਇਤਾ ਕੀਤੀ ਅਤੇ ਉਹਨੂੰ ਇਸ ਕੰਮ ਲਈ ਥਾਂ ਦਿੱਤੀ, ਉਤਸ਼ਾਹਿਤ ਕੀਤਾ। ਹੋਰ ਵੀ ਬੇਅੰਤ ਕੰਮ ਸਰਦਾਰ ਮਹਿੰਦਰ ਸਿੰਘ ਰੰਧਾਵਾ ਨੇ ਕੀਤੇ। ਅਤੇ ਇਹੋ ਜਿਹੇ ਲੋਕਾਂ ਦੇ ਤਾਂ ਸਾਨੂੰ ਸਦਾ ਮਾਣ ਹੋਣਾ ਚਾਹੀਦਾ, ਖੁਸ਼ ਹੋਣਾ ਚਾਹੀਦਾ। ਇਹੋ ਜਿਹਾ ਬਹੁਤ ਕੁਝ ਛੁਪਿਆ ਪਿਆ ਜਿਹੜਾ ਸਾਡੇ ਸਾਹਮਣੇ ਅਜੇ ਤੱਕ ਨਹੀਂ ਆਇਆ। ਆਖੋ ਸਤਿਨਾਮ।